ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੇਮੂ ਖੱਖਰ ਮਿਸਰੀ ਮੱਖੀ ਮੇਲ ਮਖੀਰ ਉਪਾਇਆ। ਪਾਟ ਪਟੰਬਰ ਕੀੜਿਆ ਹੋ ਕੁੱਟ ਕੱਟ ਸਣ ਕਿਰਤਾਸ ਬਣਾਇਆ। ਮਲਮਲ ਹੋਏ ਬੜੇ ਵਿਆਹੋਂ ਚਿੱਕੜ ਕਵਲ ਭਵਰ ਲੋਭਾਇਆ। ਜਿਉ ਮਣ ਕਾਲੇ ਸੱਪ ਸਿਰ ਪੱਥਰ ਹੀਰੇ ਮਾਣਕ ਛਾਇਆ। ਜਾਣ ਕਥੂਰੀ ਮਿਰਗ ਤਨ ਨਾਉ ਭਗਉਤੀ ਲੋਹ ਕਢਾਇਆ। ਮੁਸਕ ਬਿੱਲੀਅਹ ਮੇਦ ਕਰ ਮਜਲਸ ਅੰਦਰ ਮਹਿ ਮਹਿਕਾਇਆ। ਨੀਚ ਜੋਨ ਉੱਤਮ ਫਲ ਪਾਇਆ। ਨੀਚ ਜੋਨ ਉੱਤਮ ਫਲ ਪਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਵਿੱਚੋਂ ਆਪ ਜੀ ਨੇ 25ਵੀਂ ਵਾਰ ਦੀ 6ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ। ਭਾਈ ਗੁਰਦਾਸ ਸਾਹਿਬ ਜੀ ਉਸੇ ਪ੍ਰਕਰਣ ਨੂੰ ਅੱਗੇ ਵਧਾ ਰਹੇ ਹੈ। ਪਰਮੇਸ਼ਰ ਦੇ ਪਿਆਰੇ ਭਗਤ ਜਨ, ਉਹਨਾਂ ਦੀ ਕੋਈ ਜਾਤ ਪਾਤ ਨਹੀਂ ਹੁੰਦੀ, ਸੋ ਉਹ ਕਿਸੇ ਵੀ ਸੰਸਾਰੀ ਜਾਤ ਦੇ ਵਿੱਚੋਂ ਹੋਣ, ਬੰਦਗੀ ਕਰਕੇ ਉੱਤਮ ਉੱਚੀ ਪਦਵੀ ਨੂੰ ਪਾ ਲੈਂਦੇ ਹੈ। ਲੋਕ ਕਹਿੰਦੇ ਨੀਵੀਂ ਜਾਤ ਹੈ, ਪਰ ਭਗਤਾਂ ਨੇ ਪਰਮਾਤਮਾ ਦਾ ਸਿਮਰਨ ਕਰਕੇ ਉੱਚੀ ਪਦਵੀ ਪ੍ਰਾਪਤ ਕੀਤੀ ਹੈ। ਸੋ ਇਸ 6ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਜੋ ਨੀਚ ਜੋਨੀਆਂ ਮੰਨੀਆਂ ਨੇ, ਉਹਨਾਂ ਤੋਂ ਉੱਤਮ ਸ਼ੈਆਂ ਉੱਤਮ ਵਸਤੂਆਂ ਦੀ ਪ੍ਰਾਪਤੀ ਹੁੰਦੀ ਦਾ ਦ੍ਰਿਸ਼ਟਾਂਤ ਦੇ ਕੇ ਇਹ ਗੱਲ ਸਮਝਾਉਂਦੇ ਹੈ। ਸੰਸਾਰੀ ਕਹੀ ਜਾਂਦੀ ਭਾਵੇਂ ਨੀਚ ਜਾਤ ਵਿੱਚ ਵੀ ਪਰਮੇਸ਼ਰ ਦਾ ਪਿਆਰਾ ਹੋਵੇ, ਉਹ ਉੱਤਮ ਪਦਵੀ ਨੂੰ ਪਾ ਲੈਂਦਾ ਹੈ। ਵਾਹਿਗੁਰੂ ਸਾਹਿਬ ਜੀ। ਡੇਮੂ ਖੱਖਰ ਮਿਸਰੀ ਮੱਖੀ ਮੇਲ ਮਖੀਰ ਉਪਾਇਆ। ਜੋ ਡੇਮੂਆਂ ਦੇ ਘਰ ਹੁੰਦੇ ਹੈ, ਖੱਖਰ ਹੁੰਦੀ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਡੇਮੂਆਂ ਦੀ ਖੱਖਰ ਤੋਂ ਮਿਸ਼ਰੀ ਨਿਕਲਦੀ ਹੈ, ਮਿਸ਼ਰੀ ਪੈਦਾ ਹੁੰਦੀ ਹੈ। ਔਰ ਇਸੇ ਤਰ੍ਹਾਂ ਜਿਹੜੀਆਂ ਮੱਖੀਆਂ ਨੇ, ਮੱਖੀਆਂ ਦੇ ਮੇਲ ਤੋਂ ਉਹ ਸ਼ਹਿਦ ਨੂੰ ਇਕੱਤਰ ਕਰਦੀਆਂ ਨੇ, ਸ਼ਹਿਦ ਉਤਪਤ ਹੁੰਦਾ ਹੈ। ਹੈਨ ਇਹ ਕੌੜੇ, ਡੇਮੂ ਡੰਗ ਮਾਰੇ ਤਾਂ ਵੀ ਸਰੀਰ ਦੇ ਜਿਸ ਅੰਗ 'ਤੇ ਲੜਦਾ ਹੈ ਸੁੱਜ ਜਾਂਦਾ ਹੈ, ਔਰ ਮੱਖੀ ਵੀ ਡੰਗ ਮਾਰੇ ਉਹਦੇ ਵਿੱਚ ਵੀ ਜ਼ਹਿਰ ਹੈ, ਵਿਸ ਹੈ।
ਭਾਈ ਗੁਰਦਾਸ ਜੀ ਕਹਿੰਦੇ ਵੇਖੋ, ਡੇਮੂਆਂ ਦੀ ਖੱਖਰ ਤੋਂ ਮਿਸ਼ਰੀ ਪੈਦਾ ਹੋਈ ਅਤੇ ਮੱਖੀਆਂ ਨੇ ਫੁੱਲਾਂ ਦਾ ਰਸ ਲਿਆਂਦਾ। ਆਪ ਭਾਵੇਂ ਉਹ ਕੌੜੀਆਂ ਵਿੱਚ ਜ਼ਹਿਰ ਹੈ, ਪਰ ਮਿੱਠਾ ਜਿਹੜਾ ਸ਼ਹਿਦ ਹੈ ਉਹ ਉਹਨਾਂ ਮੱਖੀਆਂ ਦੇ ਮੇਲ ਤੋਂ ਉਤਪਤ ਹੁੰਦਾ ਹੈ। ਪਾਟ ਪਟੰਬਰ ਕੀੜੇ ਆਹੋ, ਕੁੱਟ ਕੱਟ ਸਣ ਕਿਰਤਾਸ ਬਣਾਇਆ। ਪਾਟ ਪਟੰਬਰ ਕੀੜੇ ਆਹੋ, ਜੋ ਰੇਸ਼ਮ ਦੇ ਵਸਤਰ ਹਨ, ਕੱਪੜੇ ਹਨ, ਇਹ ਕੀੜਿਆਂ ਤੋਂ ਬਣਦੇ ਹੈ। ਰੇਸ਼ਮ ਦੇ ਕੀੜੇ ਜਿਹੜੇ ਹੁੰਦੇ ਹੈ, ਸੋ ਉਹਨਾਂ ਤੋਂ ਵੇਖੋ ਪਾਟ ਪਟੰਬਰ ਬਣਦੇ ਹੈ। ਰੇਸ਼ਮ ਦੇ ਵਸਤਰ ਕੱਪੜੇ ਬਣਦੇ ਉਹਨਾਂ ਕੀੜਿਆਂ ਤੋਂ। ਇਸੇ ਤਰ੍ਹਾਂ ਫਿਰ ਜਿਹੜੀ ਸਣ ਹੈ, ਕੁੱਟ ਕੱਟ, ਸਣ ਨੂੰ ਚੰਗੀ ਤਰ੍ਹਾਂ ਕੁੱਟ ਕੇ ਫਿਰ ਅੱਗੇ ਕੱਟ ਕੇ ਉਹਦਾ ਕਾਗਜ਼ ਬਣਾਉਂਦੇ ਹੈ। ਇਹ ਪਾਠ ਕੁੱਟ ਕੱਟ ਅਤੇ ਕੁੱਟ ਕੁੱਟ ਵੀ ਹੈ, ਪਾਠਾਂਤਰ ਭੇਦ ਹੈ ਇਹ। ਸੋ ਸਣ ਨੂੰ ਚੰਗੀ ਤਰ੍ਹਾਂ ਕੁੱਟ ਕੁੱਟ ਕੇ ਕਿਰਤਾਸ ਕਾਗਜ਼ ਬਣਾਇਆ ਜਾਂਦਾ ਹੈ। ਮਲਮਲ ਹੋਏ ਵੜੇਵੇ ਆਹੋ, ਚਿੱਕੜ ਕਵਲ ਭਵਰ ਲੋਭਾਇਆ। ਕਪਾਹ ਦੇ ਜਿਹੜੇ ਵੜੇਵੇਂ ਹੁੰਦੇ ਹੈ, ਸੋ ਮਲਮਲ ਹੋਏ ਵੜੇਵੇ ਆਹੋ, ਉਹਨਾਂ ਵੜੇਵਿਆਂ ਤੋਂ ਮਲਮਲ ਜੋ ਕੱਪੜਾ ਹੈ ਉਹ ਪੈਦਾ ਹੁੰਦਾ ਹੈ। ਅਤੇ ਇਸੇ ਤਰ੍ਹਾਂ ਚਿੱਕੜ ਕਵਲ ਭਵਰ ਲੋਭਾਇਆ, ਚਿੱਕੜ ਦੇ ਵਿੱਚ ਕੌਲ ਫੁੱਲ ਪੈਦਾ ਹੁੰਦਾ ਹੈ, ਜਿਹਦੇ ਉੱਤੇ ਭੌਰਾ ਲੋਭਾਏਮਾਨ ਹੁੰਦਾ ਹੈ। ਜਿਉਂ ਮਣ ਕਾਲੇ ਸੱਪ ਸਿਰ, ਪੱਥਰ ਹੀਰੇ ਮਾਣਕ ਛਾਇਆ। ਜਿਵੇਂ ਕਾਲੇ ਸੱਪ ਦੇ ਸਿਰ 'ਤੇ ਮਣੀ ਹੁੰਦੀ ਹੈ ਉਹ ਜ਼ਹਿਰੀਲਾ, ਡੰਗ ਮਾਰ ਦਵੇ ਬੰਦੇ ਦੀ ਮੌਤ ਹੋ ਜਾਂਦੀ ਹੈ, ਪਰ ਉਹਦੀ ਉਹ ਸ਼ੋਭਾ ਹੈ। ਲੋਕ ਦੂਰੋਂ ਵੇਖਦੇ ਹੈ ਲੁਕ ਕੇ ਛਿਪ ਕੇ ਕਿ ਹਨੇਰੇ ਵਿੱਚ ਕਿੰਨਾ ਚਾਨਣ ਕਰਦੀ ਹੈ। ਜਿਵੇਂ ਕਾਲੇ ਸੱਪ ਦੇ ਸਿਰ 'ਤੇ ਮਣੀ ਹੁੰਦੀ ਹੈ। ਪੱਥਰ ਹੀਰੇ ਮਾਣਕ ਛਾਇਆ, ਅਤੇ ਪੱਥਰਾਂ ਦੇ ਵਿੱਚ ਹੀਰੇ ਮਾਣਕ ਜਿਹੜੇ ਆ ਉਹ ਸ਼ੋਭਾ ਪਾਉਂਦੇ ਹੈ। ਜਾਣ ਕਥੂਰੀ ਮਿਰਗ ਤਨ, ਨਾਉ ਭਗਉਤੀ ਲੋਹ ਕਢਾਇਆ। ਮਿਰਗ ਦੇ ਸਰੀਰ ਦੇ ਜਿਹੜਾ ਮਿਰਗ ਹੁੰਦਾ ਉਹਦੇ ਤਨ ਦੇ ਵਿੱਚ, ਉਹਦੀ ਨਾਭੀ ਦੇ ਵਿੱਚ ਕਥੂਰੀ ਕਸਤੂਰੀ ਹੁੰਦੀ ਹੈ, ਬੜੀ ਮਹਿੰਗੀ ਹੁੰਦੀ ਹੈ। ਨਾਉ ਭਗਉਤੀ ਲੋਹ ਕਢਾਇਆ। ਇਸੇ ਤਰ੍ਹਾਂ ਲੋਹੇ ਨੂੰ ਜਦੋਂ ਚੰਗੀ ਤਰ੍ਹਾਂ ਘੜਦਿਆ ਜਾਵੇ, ਉਹਨੂੰ ਗਰਮ ਕਰਕੇ ਕੁੱਟਿਆ ਜਾਂਦਾ, ਘੜਿਆ ਜਾਂਦਾ, ਤਾਂ ਉਹਦੇ ਤੋਂ ਸ੍ਰੀ ਸਾਹਿਬ ਬਣਦੀ ਹੈ ਤਲਵਾਰ। ਨਾਉ ਭਗਉਤੀ, ਜਿਸ ਨੂੰ ਭਗਉਤੀ ਕਹਿੰਦੇ ਹੈ, ਸ੍ਰੀ ਸਾਹਿਬ ਦਾ ਨਾਮ ਭਗਉਤੀ ਹੈ। ਸੋ ਭਾਈ ਗੁਰਦਾਸ ਜੀ ਕਹਿੰਦੇ ਲੋਹੇ ਨੂੰ ਘੜ ਕੇ ਅਤੇ ਵੇਖੋ ਸ੍ਰੀ ਸਾਹਿਬ ਬਣੀ, ਉਹਦਾ ਨਾਮ ਭਗਉਤੀ ਕਹਿਲਾਉਂਦਾ ਹੈ। ਮੁਸਕ ਬਿੱਲੀ ਆਹੋ ਮੇਦ ਕਰ, ਮਜਲਸ ਅੰਦਰ ਮਹਿ ਮਹਿਕਾਇਆ। ਬਿੱਲੀ ਦੀ ਮਿੱਝ ਤੋਂ ਮੁਸ਼ਕ ਬਿਲਾਈ ਪੈਦਾ ਹੁੰਦੀ ਹੈ। ਸੁਗੰਧੀ ਵਾਲਾ ਇੱਕ ਪਦਾਰਥ ਹੁੰਦਾ ਹੈ ਜੋ ਬਿੱਲੀ ਦੇ ਅੰਦਰੋਂ ਮਿੱਝ ਦੇ ਵਿੱਚੋਂ ਪੈਦਾ ਹੁੰਦਾ। ਉਸ ਨੂੰ ਸੁਗੰਧੀ ਬਣਾਉਣ ਵਾਸਤੇ ਉਹ ਬਿੱਲੀ ਦੀ ਮਿੱਝ ਪਾਈ ਜਾਂਦੀ ਹੈ। ਧੂਪ ਇਤਿਆਦਿਕ ਦੇ ਵਿੱਚ ਵੀ ਉਸ ਨੂੰ ਕਈਆਂ ਥਾਵਾਂ 'ਤੇ ਪਾਇਆ ਜਾਂਦਾ ਹੈ। ਸੋ ਜਿਹੜੀ ਮੁਸ਼ਕ ਬਿਲਾਈ ਹੈ ਇਹ ਬਿੱਲੀ ਦੀ ਮਿੱਝ ਤੋਂ ਪੈਦਾ ਹੁੰਦੀ ਹੈ, ਅਤੇ ਉਹਦੇ ਤੋਂ ਬਣੀ ਹੋਈ ਜਿਹੜੀ ਸੁਗੰਧੀ ਵਾਲੀ ਵਸਤੂ ਹੈ, ਮਜਲਸ ਅੰਦਰ ਮਹਿ ਮਹਿਕਾਇਆ, ਅਤੇ ਮਜਲਸ ਦੇ ਵਿੱਚ, ਸਭਾ ਦੇ ਵਿੱਚ ਉਹਨੂੰ ਬਹੁਤ ਜ਼ਿਆਦਾ ਮਹਿਕਾਇਆ ਜਾਂਦਾ ਹੈ। ਉੱਥੇ ਉਹ ਮਹਿਕਦੀ ਹੈ, ਖੁਸ਼ਬੂ ਦਿੰਦੀ ਹੈ, ਸੁਗੰਧੀ ਦਿੰਦੀ ਹੈ। ਨੀਚ ਜੋਨ ਉੱਤਮ ਫਲ ਪਾਇਆ। ਭਾਈ ਗੁਰਦਾਸ ਸਾਹਿਬ ਜੀ ਸਿਧਾਂਤ ਦੱਸਦੇ ਆ ਵੀ ਇਹ ਸਾਰੀਆਂ ਨੀਚ ਜੂਨੀਆਂ ਸਨ, ਪਰ ਉੱਤਮ ਫਲ ਪਾਇਆ। ਜਿੰਨੇ ਵੀ ਗਿਣੇ ਨੇ ਨਾ ਇਸ ਸ਼ਬਦ ਦੇ ਵਿੱਚ, ਕਹਿੰਦੇ ਇਹਨਾਂ ਸਾਰਿਆਂ ਤੋਂ ਉੱਤਮ ਫਲ ਪ੍ਰਾਪਤ ਹੋਇਆ ਹੈ, ਉੱਤਮ ਫਲ ਇਹਨਾਂ ਨੇ ਪਾਇਆ ਹੈ। ਮੱਖੀ, ਉਹ ਤੋਂ ਸ਼ਹਿਦ ਮਿਲਦਾ ਹੈ। ਡੇਮੂਆਂ ਦੀ ਖੱਖਰ ਮਿਸ਼ਰੀ ਪੈਦਾ ਹੁੰਦੀ ਹੈ। ਰੇਸ਼ਮ ਦੇ ਕੀੜੇ ਨੇ ਵਸਤਰ ਬਣਦੇ ਹੈ, ਕੱਪੜੇ ਬਣਦੇ ਹੈ।
ਸਣ ਜਿਹੜੀ ਉਹਦੇ ਤੋਂ ਕਾਗਜ਼ ਬਣਦਾ ਹੈ, ਵੜੇਵਿਆਂ ਤੋਂ ਮਖਮਲ ਪੈਦਾ ਹੁੰਦੀ ਹੈ, ਚਿੱਕੜ ਵਿੱਚ ਕਵਲ ਹੋਇਆ ਭੌਰੇ ਲੁਭਾਏ ਮਾਨ ਹੁੰਦੇ ਹੈ, ਕਾਲੇ ਸੱਪ ਜ਼ਹਿਰੀਲੇ ਸੱਪ ਦੇ ਸਿਰ 'ਤੇ ਮਣੀ ਹੈ, ਪੱਥਰਾਂ ਦੇ ਵਿੱਚ ਹੀਰੇ ਮੋਤੀ ਸ਼ੋਭਾ ਪਾਉਂਦੇ ਹੈ, ਹਿਰਨ ਦੇ ਨਾਭੀ ਦੇ ਵਿੱਚ ਕਸਤੂਰੀ ਹੈ, ਲੋਹੇ ਨੂੰ ਘੜ ਲਿਆ ਭਗੌਤੀ ਬਣ ਗਈ, ਬਿੱਲੀ ਦੀ ਮਿੱਝ ਤੋਂ ਮੁਸ਼ਕ ਬਿਲਾਈ ਪੈਦਾ ਹੋ ਗਈ, ਸਭਾ ਦੇ ਵਿੱਚ ਸੁਗੰਧੀ ਕੀਤੀ ਜਾਂਦੀ ਉਸ ਦੀ। ਸੋ ਇਹ ਨੀਚ ਜੋਨ, ਇਹ ਸਾਰੀਆਂ ਨੀਚ ਜੋਨੀਆਂ ਸਨ, ਪਰ ਉੱਤਮ ਫਲ ਪਾ ਲਿਆ। ਇਸੇ ਤਰ੍ਹਾਂ ਪਰਮਾਤਮਾ ਦੇ ਜਿਹੜੇ ਭਗਤ ਜਨ ਹਨ, ਉਹ ਭਾਵੇਂ ਨੀਚ ਜਾਤ ਵਿੱਚ, ਜਿਹਨੂੰ ਲੋਕ ਨੀਚ ਜਾਤ ਕਹਿੰਦੇ ਆ, ਭਾਵੇਂ ਉਹਦੇ ਵਿੱਚ ਹੋਣ, ਉਹ ਉੱਚੇ ਫਲ ਨੂੰ ਪ੍ਰਾਪਤ ਕਰ ਲੈਂਦੇ ਹੈ, ਔਰ ਸਦਾ ਹੀ ਉਹਨਾਂ ਭਗਤਾਂ ਦੀ ਵਡਿਆਈ ਹੁੰਦੀ ਹੈ, ਉਹਨਾਂ ਭਗਤਾਂ ਨੂੰ ਨਮਸਕਾਰਾਂ ਹੁੰਦੀਆਂ ਨੇ। 7ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਰਾਜਾ ਜੋ ਬਲ ਹੋਇਆ, ਜਿਹਦਾ ਪਿੱਛੇ ਵੀ ਆਪਾਂ ਕਈ ਵਾਰਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਪ੍ਰਸੰਗ ਸਰਵਣ ਕੀਤਾ ਹੈ। ਸੋ ਰਾਜਾ ਬਲ ਉਹ ਉੱਚ ਪਦਵੀ ਨੂੰ ਪ੍ਰਾਪਤ ਹੋਇਆ ਹੈ। ਬਲ ਪੋਤਾ ਪ੍ਰਹਿਲਾਦ ਦਾ, ਇੰਦਰਪੁਰੀ ਦੀ ਇੱਛ ਇਛੰਦਾ। ਬਲ ਰਾਜਾ ਜਿਹੜਾ ਇਹ ਪ੍ਰਹਿਲਾਦ ਦਾ ਪੋਤਰਾ ਹੋਇਆ। ਪ੍ਰਹਿਲਾਦ ਦਾ ਪੁੱਤਰ ਵਿਰੋਚਨ, ਵਿਰੋਚਨ ਦਾ ਪੁੱਤਰ ਬਲ। ਸੋ ਬਲ ਰਾਜਾ ਪ੍ਰਹਿਲਾਦ ਦਾ ਪੋਤਰਾ ਹੋਇਆ ਹੈ। ਇੰਦਰਪੁਰੀ ਦੀ ਇੱਛ ਇਛੰਦਾ, ਇਹ ਇੰਦਰਪੁਰੀ ਦੇ ਰਾਜ ਦੀ ਇੱਛਾ ਕਰਦਾ ਸੀ ਕਿ ਮੈਨੂੰ ਇੰਦਰਪੁਰੀ ਦਾ ਰਾਜ ਮਿਲ ਜਾਵੇ, ਚਾਹੁੰਦਾ ਸੀ। ਕਰ ਸੰਪੂਰਨ ਜਗ ਸੋ, ਇੱਕ ਇਕੋਤਰ ਜਗ ਕਰਨ ਦਾ। ਇੰਦਰਪੁਰੀ ਦਾ ਰਾਜ ਲੈਣ ਵਾਸਤੇ ਇਹਨੇ 100 ਯੱਗ ਸੰਪੂਰਨ ਕਰ ਲਿਆ, ਅਤੇ 101 ਯੱਗ ਪੂਰੇ ਕਰਨੇ ਸਨ, ਫਿਰ ਇਹਨੂੰ ਇੰਦਰਪੁਰੀ ਦਾ ਰਾਜ ਮਿਲਣਾ ਸੀ। ਇੱਕ ਇਕੋਤਰ ਜਗ ਕਰਨ ਦਾ, 101ਵਾਂ ਜਿਹੜਾ ਯੱਗ, ਉਹ ਅਖੀਰਲਾ ਇੱਕ ਯੱਗ ਇਹ ਕਰ ਰਿਹਾ ਸੀ। 52 ਰੂਪੀ ਆਏ ਕੈ, ਗਰਭ ਨਿਵਾਰ ਭਗਤ ਉਦਰੰਦਾ। ਤਾਂ ਇੰਦਰ ਨੇ ਵਿਸ਼ਨੂੰ ਭਗਵਾਨ ਦੇ ਅੱਗੇ ਤਰਲਾ ਕੀਤਾ, ਉਹਨੇ 52 ਰੂਪੀ ਧਾਰ ਕੇ ਅਤੇ ਰਾਜੇ ਬਲ ਨੂੰ ਆ ਕਰਕੇ ਛਲਣਾ ਕੀਤਾ। ਸੋ ਇਹ ਪ੍ਰਸੰਗ ਪਿੱਛੇ ਸਰਵਣ ਕੀਤਾ, ਇਸ ਲਈ ਵਾਰ-ਵਾਰ ਦੁਬਾਰਾ ਬੇਨਤੀ ਨਹੀਂ ਹੈ। 52 ਰੂਪੀ ਹੋਏ ਕੈ, 52 ਰੂਪੀ ਹੋ ਕੇ 52 ਉਂਗਲਾਂ ਦਾ ਅਵਤਾਰ, 52ਵਾਂ ਅਵਤਾਰ ਧਾਰ ਕੇ ਵਿਸ਼ਨੂੰ ਆਏ। ਗਰਭ ਨਿਵਾਰ ਭਗਤ ਉਦਰੰਦਾ, ਅਤੇ ਇਹਦਾ ਹੰਕਾਰ ਦੂਰ ਕਰਕੇ ਭਗਤ ਜੋ ਬਲ ਹੈ ਉਹਦਾ ਉਧਾਰ ਕੀਤਾ। ਇੰਦਰਾਸਣਨੋ ਪਰ ਹਰੈ, ਜਾਏ ਪਤਾਲ ਸੋ ਹੁਕਮੀ ਬੰਦਾ। ਫਿਰ ਜੋ ਇੰਦਰ ਦਾ ਆਸਣ ਸੀ, ਰਾਜ ਭਾਗ ਸੀ, ਉਹਦੀ ਇੱਛਾ ਛੱਡ ਦਿੱਤੀ। ਇੰਦਰਾਸਣਨੋ ਪਰ ਹਰੈ, ਇੰਦਰਪੁਰੀ ਦੇ ਰਾਜ ਦੀ ਇੱਛਾ ਨੂੰ ਪਰੇ ਕਰ ਦਿੱਤਾ, ਛੱਡ ਦਿੱਤਾ। ਹੁਕਮੀ ਬੰਦਾ ਬਣ ਕੇ ਰਾਜਾ ਬਲ ਪਤਾਲ ਵਿੱਚ ਚਲਿਆ ਗਿਆ। ਜਦੋਂ 52 ਨੇ 2.5 ਕਰਮਾਂ ਜ਼ਮੀਨ ਮੰਗੀ ਕੁੱਲੀ ਪਾਉਣ ਵਾਸਤੇ, ਰਾਜੇ ਨੇ ਦਾਨ ਦੇਣ ਦਾ ਸੰਕਲਪ ਕਰ ਦਿੱਤਾ, ਅਤੇ ਫਿਰ ਸਰੀਰ ਦਾ ਆਕਾਰ ਹੀ ਇੰਨਾ ਵਧਾ ਲਿਆ, 2 ਕਰਮਾਂ ਦੇ ਵਿੱਚ 3 ਲੋਕ ਮਿਣ ਲਏ। ਅਤੇ ਜਦੋਂ ਅੱਧੀ ਕਰਮ ਰਹਿ ਗਈ ਅਤੇ ਰਾਜੇ ਨੇ ਕਿਹਾ ਮੇਰਾ ਸਰੀਰ ਹਾਜ਼ਰ ਹੈ, ਉਹਦੇ ਸਰੀਰ 'ਤੇ ਕਦਮ ਰੱਖ ਕੇ ਅਤੇ ਪਤਾਲ ਦੇ ਵਿੱਚ ਭੇਜ ਦਿੱਤਾ ਸੀ। ਨਾਮਾ ਕਹਿ ਭਗਤ ਬਸ ਕੇਸਵ, ਅਜਹੂ ਬਲ ਕੇ ਦੁਆਰ ਖਰੋ। ਬਲ ਛਲ ਆਪ ਛਲਾਇਓਨ, ਦਰਵਾਜੇ ਦਰਵਾਨ ਹੋਵੰਦਾ। ਸੋ ਬਲ ਨੂੰ ਛਲਣ ਵਾਸਤੇ ਆਪ ਆਇਆ ਅਤੇ ਆਪ ਛਲਿਆ ਗਿਆ। ਬਲ ਛਲ ਆਪ ਛਲਾਇਓਨ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਬਲ ਨੂੰ ਛਲਦਾ ਹੋਇਆ ਆਪਣਾ ਆਪ ਛਲਾ ਬੈਠਾ। ਦਰਵਾਜੇ ਦਰਵਾਨ ਹੋਵੰਦਾ, ਅਤੇ ਬਲ ਰਾਜੇ ਨੂੰ ਪਤਾਲ ਦਾ ਰਾਜ ਦਿੱਤਾ, ਉਹਦੇ ਦਰ 'ਤੇ ਦਰਵਾਨ ਹੋ ਕੇ ਬੈਠਿਆ, ਪਹਿਰੇਦਾਰ ਬਣ ਕੇ ਉਹਦੇ ਦਰਵਾਜ਼ੇ 'ਤੇ ਪਹਿਰਾ ਦਿੱਤਾ। ਉਹਨੇ ਚਰਨ ਫੜ ਲਏ,
ਵੀ ਵਾਅਦਾ ਕੀਤਾ ਸੀ ਤੇਰੇ ਦਰ ਦੇ ਅੱਗੇ ਰਹਾਂਗਾ, ਹੁਣ ਇੱਥੇ ਰਹੋ। ਸ਼ਵਾਂਤ ਬੂੰਦ ਲੈ ਸਿਪ ਜਿਉਂ, ਮੋਤੀ ਚੁੱਭੀ ਮਾਰ ਸੁਹੰਦਾ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹੈ, ਵੇਖੋ ਜਿਹੜੀ ਸ਼ਵਾਂਤੀ ਬੂੰਦ ਹੈ, ਸ਼ਵਾਂਦ ਨਛੱਤਰ ਦੀ ਬੂੰਦ ਸਮੁੰਦਰ ਦੇ ਵਿੱਚ ਜਿਹੜੀ ਸਿਪ ਹੁੰਦੀ ਹੈ, ਉਹ ਆਪਣੇ ਮੁਖ ਵਿੱਚ ਲੈ ਕੇ ਅਤੇ ਉਹ ਫਿਰ ਚੁੱਭੀ ਮਾਰ ਕੇ ਹੇਠਾਂ ਚਲੀ ਜਾਂਦੀ ਹੈ। ਉਹਦੇ ਵਿੱਚ ਬੜਾ ਸ਼ੋਭਨੀਕ ਸੁੱਚਾ ਮੋਤੀ ਪੈਦਾ ਹੁੰਦਾ ਹੈ। ਅਤੇ ਫਿਰ ਜਿਹੜੇ ਗੋਤਾਖੋਰ ਨੇ ਉਹ ਕੀ ਕਰਦੇ ਨੇ, ਸਮੁੰਦਰ ਦੀ ਗਹਿਰਾਈ ਵਿੱਚ ਜਾ ਕੇ ਉਸ ਸਿੱਪੀ ਨੂੰ ਲਿਆਉਂਦੇ, ਉਹਦੇ ਵਿੱਚੋਂ ਮੋਤੀ ਕੱਢਿਆ ਜਾਂਦਾ ਹੈ। ਸੋ ਜਿਵੇਂ ਸਿਪ ਜਿਹੜੀ ਹੈ, ਸ਼ਵਾਂਤੀ ਬੂੰਦ, ਉਹ ਜਦੋਂ ਉਹਦੇ ਵਿੱਚ ਪੈਂਦੀ ਹੈ, ਉਹਦੇ ਵਿੱਚ ਮੋਤੀ ਬਣ ਜਾਂਦਾ ਹੈ, ਉਹ ਸਮੁੰਦਰ ਦੀ ਗਹਿਰਾਈ ਵਿੱਚ ਚਲੀ ਜਾਂਦੀ ਹੈ ਔਰ ਫਿਰ ਸ਼ੋਭਨੀਕ ਮੋਤੀ ਉਹਦੇ ਤੋਂ ਪੈਦਾ ਹੁੰਦਾ ਹੈ। ਹੀਰੇ ਹੀਰਾ ਭੇਦ ਮਿਲੰਦਾ। ਸੋ ਹੀਰੇ ਨੂੰ, ਹੀਰੇ ਦੀ ਕਣੀ ਹੀ ਵਿੰਨਦੀ ਹੈ ਅਤੇ ਫਿਰ ਉਹ ਹੀਰਾ ਜਿਹੜਾ ਨਾ ਹਾਰ ਦੇ ਵਿੱਚ ਮਿਲ ਕੇ ਸ਼ੋਭਾ ਪਾਉਂਦਾ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ ਜਿਹੜਾ ਰਾਜਾ ਬਲ ਹੋਇਆ ਨਾ, ਉਹਦਾ ਮਨ, ਉਹਦਾ ਜਦੋਂ ਹੰਕਾਰ ਦੂਰ ਹੋ ਗਿਆ ਅਤੇ ਨਿਮਰਤਾ ਦੇ ਵਿੱਚ ਆਇਆ ਅਤੇ ਉਹਦੇ ਮਨ ਨੂੰ ਵਿੰਨ ਕਰਕੇ ਪਤਾਲ ਦੇ ਵਿੱਚ ਭੇਜ ਕੇ ਪਤਾਲ ਦਾ ਰਾਜ ਬਖਸ਼ਿਆ। ਸੁਰਗਪੁਰੀ ਦੇ ਰਾਜ ਦੀ ਇੱਛਾ ਉਹਨੇ ਛੱਡ ਦਿੱਤੀ, ਪਤਾਲ ਤੋਂ ਭਾਵ ਨਿਮਰਤਾ, ਅਤੇ ਭਗਵਾਨ ਦਾ ਭਗਤ ਬਣਿਆ। ਜਿਹੜੇ ਨਿਮਰਤਾ ਨੂੰ ਧਾਰਨ ਕਰ ਲੈਂਦੇ ਹੈ, ਇਹ ਗੁਣ ਨੂੰ ਧਾਰਨ ਕਰ ਲੈਂਦੇ ਹੈ, ਉਹ ਵੱਡੇ ਬਣ ਜਾਂਦੇ ਹੈ। ਫਿਰ ਭਗਵਾਨ ਵੀ ਉਹਦੇ ਦਰਵਾਜ਼ੇ ਦੇ ਉੱਤੇ ਦਰਵਾਨਚੀ ਬਣ ਕੇ ਰਿਹਾ। ਸਿਪ ਜਿਹੜੀ ਹੈ ਸਮੁੰਦਰ 'ਤੇ ਤਰਦੀ ਹੈ, ਜਦੋਂ ਸ਼ਵਾਂਤੀ ਬੂੰਦ ਵਿੱਚ ਪੈਂਦੀ ਹੈ, ਉਹਦੇ ਵਿੱਚ ਮੋਤੀ ਪੈਦਾ ਹੋ ਜਾਂਦਾ, ਫਿਰ ਹੇਠਾਂ ਨੀਵੀਂ ਚਲੀ ਜਾਂਦੀ ਹੈ। ਮਤਲਬ ਇਹ ਹੈ ਵੀ ਬੰਦੇ ਦੇ ਵਿੱਚ ਜਿਹੜਾ ਗੁਣ ਹੈ ਨਾ ਨਿਮਰਤਾ ਦਾ, ਉਹਦੇ ਨਾਲ ਬੰਦੇ ਦਾ ਲੋਕ ਪਰਲੋਕ ਦੇ ਵਿੱਚ ਮੁੱਲ ਪੈਂਦਾ ਹੈ, ਉਹ ਸਤਿਕਾਰਿਆ ਜਾਂਦਾ ਹੈ ਨਿਮਰਤਾ ਵਾਲਾ। ਸੋ ਭਗਤ ਹੀਰੇ ਨਾਲ ਹੀਰੇ ਵਾਂਗੂ ਵਿੰਨ ਕੇ ਪਰਮ ਪਦ ਦੇ ਉੱਤੇ ਜਾ ਪਹੁੰਚਿਆ। ਸੋ ਇਹਦਾ ਭਾਵ ਇਹ ਹੈ ਵੀ ਨਿਮਰਤਾ ਧਾਰਨ ਵਾਲੇ ਹੀ ਪਰਮ ਪਦਵੀ ਨੂੰ ਪਹੁੰਚਦੇ ਹੈ। 8ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਇੱਕ ਕੀੜੀ ਦਾ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹੈ ਕਿ ਜਿਹੜੇ ਗੁਰਮੁਖ ਹੁੰਦੇ ਹੈ ਉਹ ਕਦੇ ਆਪਣਾ ਆਪ ਨਹੀਂ ਜਣਾਉਂਦੇ। ਜਿਵੇਂ ਕੀੜੀ ਛੋਟੀ ਜਿਹੀ ਹੁੰਦੀ ਹੈ ਨਾ, ਨਿੱਕੀ, ਗੁਰਮੁਖ ਵੀ ਨਿਮਰਤਾ ਧਾਰ ਕੇ ਰੱਖਦੇ ਹੈ, ਵੱਡੇ ਨਹੀਂ ਬਣਦੇ। ਨੀਚਹੁ ਨੀਚ ਸਦਾਵਣਾ, ਕੀੜੀ ਹੋਏ ਨਾ ਆਪ ਗਣਾਏ। ਗੁਰਮੁਖ ਨੀਵੇਂ ਤੋਂ ਨੀਵਾਂ ਆਪਣੇ ਆਪ ਨੂੰ ਸਦਵਾਉਂਦੇ ਹੈ। ਜਿਵੇਂ ਕੀੜੀ ਬਿਲਕੁਲ ਛੋਟੀ ਹੈ, ਉਹਦੇ ਵਿੱਚ ਗੁਣ ਹੈ, ਸੋ ਕੀੜੀ ਵਾਂਗੂ ਨੀਵੇਂ ਤੋਂ ਨੀਵਾਂ ਗੁਰਮੁਖ ਆਪਣੇ ਆਪ ਨੂੰ ਸਦਵਾਉਂਦੇ ਹੈ, ਕਦੇ ਵੀ ਨਾ ਆਪ ਗਣਾਏ। ਆਪਣਾ ਆਪ ਕਦੇ ਨਹੀਂ ਗਿਣਾਉਂਦੇ ਵੀ ਅਸੀਂ ਵੱਡੇ ਹਾਂ, ਸਾਡੇ ਵੱਡਾ ਜਿੰਨਾ ਵੱਡਾ ਕੋਈ ਨਹੀਂ। ਸੋ ਨਿਮਰਤਾ ਵਿੱਚ ਰਹਿੰਦੇ ਹੈ। ਗੁਰਮੁਖ ਮਾਰਗ ਚੱਲਣਾ, ਇਕਤ ਖੱਡ ਸਹੰਸ ਸਮਾਏ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜੋ ਗੁਰਮੁਖ ਮਾਰਗ 'ਤੇ ਚੱਲਣਾ ਹੈ, ਉਹ ਵੇਖੋ ਕੀੜੀ ਇਕਤ ਖੱਡ ਸਹੰਸ ਸਮਾਏ। ਇੱਕ ਖੱਡ ਦੇ ਵਿੱਚ, ਇੱਕ ਸੁਰਾਖ ਦੇ ਵਿੱਚ ਹਜ਼ਾਰਾਂ ਹੀ ਕੀੜੀਆਂ ਸਮਾ ਜਾਂਦੀਆਂ ਨੇ, ਉਹ ਲੜਦੀਆਂ ਨਹੀਂ, ਝਗੜਦੀਆਂ ਨਹੀਂ। ਕਹਿੰਦੇ ਇਸੇ ਤਰ੍ਹਾਂ ਜੋ ਗੁਰਮੁਖ ਮਾਰਗ 'ਤੇ ਚੱਲਣਾ ਉਹ ਕੀੜੀਆਂ ਵਾਂਗ ਹੈ। ਜਿਵੇਂ ਕੀੜੀਆਂ ਇੱਕ ਖੁੱਡ ਦੇ ਵਿੱਚ ਹਜ਼ਾਰਾਂ ਹੀ ਮਿਲ ਕੇ ਰਹਿੰਦੀਆਂ ਨੇ, ਅਤੇ ਜਿਹੜੇ ਗੁਰਮੁਖ ਨੇ ਉਹ ਪ੍ਰੇਮ ਭਾਵ ਦੇ ਨਾਲ ਆਪਸ ਵਿੱਚ ਮਿਲ ਕੇ ਰਹਿੰਦੇ ਹੈ। ਸਤ ਸੰਗਤ ਹੁੰਦੀ ਹੈ ਅਤੇ ਉੱਥੇ ਹਜ਼ਾਰਾਂ ਹੀ ਗੁਰੂ ਕੇ ਸਿੱਖ ਮਿਲ ਕੇ ਬੈਠਦੇ ਹੈ, ਗੁਰੂ ਦੇ ਦਰ 'ਤੇ ਹਜ਼ਾਰਾਂ ਹੀ ਮਿਲ ਕੇ ਰਹਿੰਦੇ ਹੈ। ਸੋ ਇਹ ਗੁਰਮੁਖ ਮਾਰਗ ਹੈ ਵੀ ਸੈਂਕੜੇ ਗੁਰਸਿੱਖ ਦੀਵਾਨ ਦੇ ਵਿੱਚ ਬੈਠੇ ਨੇ, ਹਜ਼ਾਰਾਂ ਬੈਠੇ ਨੇ, ਮਿਲ ਕੇ ਬੈਠੇ ਨੇ, ਗੁਰੂ ਸ਼ਬਦ ਦੇ ਨਾਲ ਪ੍ਰੀਤ ਕਰਦੇ ਹੈ। ਅਥਵਾ ਗੁਰਮੁਖ ਮਾਰਗ ਇਹ ਹੈ ਵੀ ਜੋ ਮਿਲ ਕੇ ਰਹਿੰਦੇ ਹੈ ਪ੍ਰੇਮ ਭਾਵ ਦੇ ਨਾਲ। ਅਤੇ ਪਰ ਗੁਰਮੁਖ ਮਾਰਗ ਇਹ ਹੈ ਬਹੁਤ ਦੂਰ ਦਾ,
ਪ੍ਰੇਮ ਭਾਵ ਦੇ ਨਾਲ ਰਹਿੰਦਾ ਕੌਣ ਹੈ? ਚਾਰ ਜਣੇ ਇਕੱਠੇ ਨਹੀਂ ਰਹਿ ਸਕਦੇ, ਲੜਦੇ ਨੇ, ਲੜਾਈਆਂ ਕਰਦੇ ਹੈ, ਝਗੜੇ ਕਰਦੇ ਹੈ। ਇਹਦਾ ਸਿੱਧਾ ਭਾਵ ਹੈ ਵੀ ਉਹਨਾਂ ਦੇ ਵਿੱਚ ਗੁਰਮੁਖਤਾਈ ਨਹੀਂ ਹੈ। ਜੇ ਗੁਰਮੁਖਤਾਈ ਹੁੰਦੀ ਤੇ ਲੜਦੇ ਨਾ, ਝਗੜਦੇ ਨਾ। ਸੋ ਗੁਰਮੁਖ ਮਾਰਗ 'ਤੇ ਚੱਲਣਾ ਹੈ। ਇਹ ਜਿਵੇਂ ਇੱਕ ਖੱਡ ਦੇ ਵਿੱਚ ਹਜ਼ਾਰਾਂ ਕੀੜੀਆਂ ਸਮਾ ਜਾਂਦੀਆਂ ਨੇ, ਇਸੇ ਤਰ੍ਹਾਂ ਗੁਰਮੁਖ ਪਿਆਰ ਭਾਵ ਦੇ ਨਾਲ ਰਹਿੰਦੇ ਹੈ, ਮਿਲ ਕੇ ਰਹਿੰਦੇ ਹੈ। ਕਿ ਅਸਕਰ ਦੀ ਵਾਸ ਲੈ, ਜਿੱਥੈ ਧਰੀ ਤਿੱਥੈ ਚੱਲ ਜਾਏ। ਭਾਈ ਸਾਹਿਬ ਜੀ ਕਹਿੰਦੇ ਜਿਹੜੀ ਕੀੜੀ ਹੈ ਨਾ, ਘਿਓ ਅਤੇ ਸ਼ੱਕਰ ਦੀ ਵਾਸ ਲੈ, ਉਹਦੀ ਵਾਸ਼ਨਾ, ਉਹਦੀ ਖੁਸ਼ਬੂ, ਸੁਗੰਧੀ ਲੈ ਕੇ, ਉਹਦੀ ਮਹਿਕ ਲੈ ਕੇ ਜਿੱਥੇ ਰੱਖੀ ਹੁੰਦੀ ਹੈ ਉੱਥੇ ਚਲੀ ਜਾਂਦੀ ਹੈ। ਘਿਓ ਜਿੱਥੇ ਰੱਖਿਆ ਹੋਵੇ ਉੱਥੇ ਕੀੜੀਆਂ ਆ ਜਾਂਦੀਆਂ ਨੇ, ਸ਼ੱਕਰ ਹੋਵੇ ਉੱਥੇ ਕੀੜੀਆਂ ਆ ਜਾਂਦੀਆਂ ਨੇ। ਇਸੇ ਤਰ੍ਹਾਂ ਗੁਰਮੁਖ ਜਿਹੜੇ ਹੈ ਨਾ, ਉਹ ਸਤ ਸੰਗਤ ਦੀ, ਜਿੱਥੇ ਸਤ ਸੰਗਤ ਹੁੰਦੀ ਹੈ। ਘਿਓ ਕੀ ਹੈ? ਪਰਮੇਸ਼ਰ ਦਾ ਪ੍ਰੇਮ। ਮਿਸ਼ਰੀ ਕੀ ਹੈ? ਭਗਤੀ। ਜਿੱਥੇ ਸਤ ਸੰਗਤ ਹੁੰਦੀ ਹੈ, ਪਤਾ ਲੱਗਦਾ ਇੱਥੇ ਗੁਰੂ ਦੀ ਸੰਗਤ ਹੈ, ਉੱਥੇ ਚੱਲ ਕੇ ਚਲੇ ਜਾਂਦੇ ਹੈ। ਜਿਵੇਂ ਕੀੜੀ ਮਿੱਠੇ ਅਤੇ ਸ਼ੱਕਰ ਅਤੇ ਘਿਓ ਦੇ ਕੋਲ ਚਲੀ ਜਾਂਦੀ ਹੈ, ਗੁਰੂ ਕੇ ਸਿੱਖ ਸਤ ਸੰਗਤ ਦੇ ਵਿੱਚ ਚੱਲ ਕੇ ਜਾਂਦੇ ਹੈ। ਡੁੱਲੇ ਖੰਡ ਜੋ ਰੇਤ ਵਿੱਚ, ਖੰਡੂ ਦਾਣਾ ਚੁਣ ਚੁਣ ਖਾਏ। ਜੇਕਰ ਰੇਤ ਦੇ ਵਿੱਚ ਖੰਡ ਡੁੱਲ ਜਾਵੇ ਤਾਂ ਕੀੜੀ ਜਿਹੜੀ ਹੈ ਉਹ ਖੰਡ ਦੇ ਦਾਣਿਆਂ ਨੂੰ ਚੁਣ ਚੁਣ ਕੇ ਖਾਂਦੀ ਹੈ। ਰੇਤ ਦੇ ਵਿੱਚ, ਰੇਤਾ ਵਿੱਚ ਖੰਡ ਡੁੱਲ ਗਈ ਤਾਂ ਕੀੜੀ ਉਸ ਨੂੰ ਚੁਣ ਚੁਣ ਕੇ ਖਾ ਲੈਂਦੀ ਹੈ। ਪਰ ਜੇ ਕਹੀਏ ਹਾਥੀ ਉਸ ਖੰਡ ਨੂੰ ਚੁਣ ਕੇ ਨਹੀਂ ਖਾ ਸਕਦਾ। ਭਗਤ ਕਬੀਰ ਜੀ ਦਾ ਸਲੋਕ ਹੈ ਗੁਰਬਾਣੀ ਦੇ ਅੰਦਰ, ਕਬੀਰ ਹਰ ਹੈ ਖਾਂਡ ਰੇਤ ਮਹਿ ਬਿਖਰੀ, ਹਾਥੀ ਚੁਨੀ ਨਾ ਜਾਏ, ਕਹੇ ਕਬੀਰ ਗੁਰ ਭਲੀ ਬੁਝਾਈ, ਕੀਟੀ ਹੋਏ ਕਹਿ ਖਾਏ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਹਰੀ ਹੈ ਨਾ, ਪਰਮਾਤਮਾ, ਉਹ ਖੰਡ ਦੀ ਨਿਆਈ ਹੈ। ਹਰ ਹੈ ਖਾਂਡ ਰੇਤ ਮਹਿ ਬਿਖਰੀ। ਜਿਵੇਂ ਰੇਤ ਦੇ ਵਿੱਚ ਖੰਡ ਡੁੱਲ ਜਾਵੇ ਤੇ ਉਹਨੂੰ ਕੀੜੀ ਖਾ ਸਕਦੀ ਹੈ, ਕੀੜੀ ਚੁਣ ਸਕਦੀ ਹੈ। ਕਹਿੰਦੇ ਗੁਰੂ ਨੇ ਇਹ ਗੱਲ ਸਮਝਾ ਦਿੱਤੀ ਵੀ ਹਾਥੀ ਰੇਤ ਵਿੱਚ ਡੁੱਲੀ ਹੋਈ ਖੰਡ ਨੂੰ ਨਹੀਂ ਚੁਣ ਸਕਦਾ, ਖਾ ਨਹੀਂ ਸਕਦਾ। ਇਹਦਾ ਭਾਵ ਅਰਥ ਇਹ ਹੈ ਵੀ ਪਰਮਾਤਮਾ ਇਸ ਸੰਸਾਰ ਵਿੱਚ ਜਰਰੇ ਜਰਰੇ ਵਿੱਚ ਵਸਦਾ ਹੈ। ਜਿਹੜੇ ਨਿਮਰਤਾ ਧਾਰਨ ਕਰ ਲੈਂਦੇ ਹੈ, ਕੀੜੀ ਦਾ ਮਤਲਬ ਹੈ ਨਿਮਰਤਾ, ਛੋਟੇ ਬਣ ਗਏ। ਜਿਨ੍ਹਾਂ ਨੇ ਨਿਮਰਤਾ ਧਾਰਨ ਕਰ ਲਈ, ਉਹਨਾਂ ਨੇ ਇਸ ਸੰਸਾਰ ਦੇ ਵਿੱਚੋਂ ਖੰਡ ਰੂਪ ਹਰੀ ਨੂੰ ਪ੍ਰਾਪਤ ਕਰ ਲਿਆ। ਅਤੇ ਜਿਹੜੇ ਹੰਕਾਰੀ ਨੇ, ਹਾਥੀ ਬਣੇ ਹੋਏ ਨੇ, ਹਾਥੀ ਦਾ ਭਾਵ ਵੱਡਾ ਹੁੰਦਾ ਨਾ, ਜਿਹੜੇ ਵੱਡੇ ਹੰਕਾਰੀ ਨੇ ਉਹ ਰੱਬ ਨੂੰ ਪ੍ਰਾਪਤ ਨਹੀਂ ਕਰ ਸਕਦੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਵੇਖੋ, ਡੁੱਲੇ ਖੰਡ ਜੋ ਰੇਤ ਵਿੱਚ, ਖੰਡੂ ਦਾਣਾ ਚੁਣ ਚੁਣ ਖਾਏ। ਜੇਕਰ ਰੇਤ ਵਿੱਚ ਖੰਡ ਡੁੱਲ ਗਈ ਅਤੇ ਕੀੜੀ ਉਹਦੇ ਦਾਣਿਆਂ ਨੂੰ ਚੁਣ ਚੁਣ ਕੇ ਖਾ ਲੈਂਦੀ ਹੈ, ਹਾਥੀ ਨਹੀਂ ਖਾ ਸਕਦਾ। ਭ੍ਰਿੰਗੀ ਦੇ ਭੈ ਜਾਏ ਮਰ, ਹੋਵੇ ਭ੍ਰਿੰਗੀ ਮਾਰ ਜੀਵਾਏ। ਭ੍ਰਿੰਗੀ ਵੀ ਇੱਕ ਕੀੜਾ ਹੁੰਦਾ ਹੈ, ਉਹਦੇ ਭੈ ਕਰਕੇ ਜਦੋਂ ਕੋਲ ਆ ਕੇ ਆਵਾਜ਼ ਕਰਦਾ, ਉਹਦੇ ਭੈ ਕਰਕੇ ਮਰ ਜਾਂਦੀ ਹੈ ਕੀੜੀ। ਸੋ ਭ੍ਰਿੰਗੀ ਦੇ ਭੈ ਕਰਕੇ, ਡਰ ਕਰਕੇ ਮਰ ਜਾਂਦੀ ਹੈ। ਹੋਵੇ ਭ੍ਰਿੰਗੀ ਮਾਰ ਜੀਵਾਏ। ਅਤੇ ਜਦੋਂ ਉਹ ਭ੍ਰਿੰਗੀ ਹੋ ਜਾਂਦੀ, ਬਣ ਜਾਂਦੀ ਹੈ, ਫਿਰ ਮਾਰ ਕੇ ਦੂਜੀਆਂ ਕੀੜੀਆਂ ਨੂੰ ਜਿਉਂਦਾ ਕਰ ਲੈਂਦੀ ਹੈ। ਭ੍ਰਿੰਗੀ ਕੀੜੇ ਦੇ ਵਿੱਚ ਇਹ ਗੁਣ ਹੁੰਦਾ ਹੈ, ਉਹਨੂੰ ਮਾਰ ਕੇ ਅਤੇ ਆਪਣੇ ਵਰਗਾ ਕਰ ਲੈਂਦਾ ਹੈ। ਭਾਵ ਇਹ ਹੈ ਵੀ ਗੁਰਮੁਖਾਂ ਦੇ ਵਿੱਚ ਇਹ ਗੁਣ ਹੈ ਵੀ ਉਹ ਜਗਿਆਸੂਆਂ ਦੇ ਦੇਹ ਅਧਿਆਸ ਨੂੰ ਮਾਰ ਕੇ ਆਪਣੇ ਵਰਗਾ ਬਣਾ ਲੈਂਦੇ ਹੈ। ਅੰਡਾ ਕੱਛੂ ਕੂੰਜਦਾ, ਆਸਾ ਵਿੱਚ ਨਿਰਾਸ ਵਲਾਏ। ਸੋ ਜਿਵੇਂ ਕੱਛੂ ਦਾ ਆਂਡਾ ਹੈ ਔਰ ਕੂੰਜ ਆਪਣੇ ਬੱਚਿਆਂ ਦਾ ਸਿਮਰਨ ਕਰਦੀ ਹੈ। ਸੋ ਜਿਹੜੀ ਕੁੰਮੀ ਹੁੰਦੀ ਹੈ ਉਹ ਬਰੇਤੀ ਦੇ ਵਿੱਚ ਆਪਣੇ ਆਂਡੇ ਦੇ ਆਉਂਦੀ ਹੈ, ਧਿਆਨ ਧਾਰਦੀ ਹੈ,
ਉਹ ਧਿਆਨ ਦੇ ਨਾਲ ਆਂਡੇ ਪੱਕਦੇ, ਬੱਚੇ ਪੈਦਾ ਹੁੰਦੇ ਆ, ਫਿਰ ਪਾਣੀ ਵਿੱਚ ਲੈ ਆਉਂਦੀ ਹੈ। ਕੂੰਜਾਂ ਜਿਹੜੀਆਂ ਨੇ ਦੂਰ ਉੱਡ ਜਾਂਦੀਆਂ ਨੇ, ਆਪਣੇ ਆਂਡਿਆਂ ਦਾ, ਬੱਚਿਆਂ ਦਾ ਉਹ ਚੇਤਾ ਕਰਦੀਆਂ ਨੇ। ਚੇਤਾ ਸ਼ਕਤੀ ਦੇ ਨਾਲ ਉਹਨਾਂ ਨੂੰ ਊਰਜਾ ਮਿਲਦੀ ਹੈ, ਔਰ ਫਿਰ ਉਹ ਜਿਹੜੇ ਬੱਚੇ ਨੇ ਉੱਡ ਕੇ ਕੂੰਜਾਂ ਦੀ ਡਾਰ ਵਿੱਚ ਮਿਲਦੇ ਹੈ। ਸੋ ਕੱਛੂ ਦਾ ਆਂਡਾ ਅਤੇ ਕੂੰਜ ਦੇ ਬੱਚਿਆਂ ਦਾ, ਜਿਵੇਂ ਕੂੰਜ ਉਹ ਆਪਣੇ ਬੱਚਿਆਂ ਦਾ ਸਿਮਰਨ ਕਰਦੀ ਹੈ, ਇਸੇ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਨੇ ਨਾ, ਉਹ ਆਸਾ ਰੂਪ ਸੰਸਾਰ ਵਿੱਚ ਨਿਰਾਸ਼ ਹੋ ਕੇ ਰਹਿੰਦੇ ਹੈ, ਔਰ ਸਦਾ ਹੀ ਧਿਆਨ ਦੇ ਵਿੱਚ ਰਹਿੰਦੇ ਹੈ। ਗੁਰੂ ਸਦਾ ਹੀ ਉਹਨਾਂ 'ਤੇ ਮਿਹਰ ਕਰਦਾ ਹੈ, ਅਤੇ ਗੁਰੂ ਕਦੇ ਵੀ ਉਹਨਾਂ ਗੁਰਮੁਖਾਂ ਨੂੰ ਆਪਣੇ ਮਨੋਂ ਵਿਸਾਰਦਾ ਨਹੀਂ ਹੈ। ਗੁਰਮੁਖ ਗੁਰ ਸਿੱਖ ਸੁਖ ਫਲ ਪਾਏ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਹੜੇ ਗੁਰਮੁਖ ਹਨ, ਉਹ ਨਿਮਰਤਾ ਦਾ ਗੁਣ ਧਾਰ ਕੇ, ਗੁਰੂ ਦੀ ਸਿੱਖਿਆ ਲੈ ਕਰਕੇ ਸੁਖ ਫਲ ਨੂੰ ਸਦਾ ਹੀ ਪਾਉਂਦੇ ਹੈ, ਸਦਾ ਹੀ ਸੁਖ ਫਲ ਉਹ ਪ੍ਰਾਪਤ ਕਰਦੇ ਰਹਿੰਦੇ ਹੈ। 9ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਨਿੱਕੇ ਹੋਣ 'ਤੇ ਜੋ ਲੋਕ ਪ੍ਰਸਿੱਧ ਪ੍ਰਸੰਗ ਹੈ ਪੁਰਾਣਕ, ਸੋ ਉਹ ਕਥਨ ਕਰਕੇ ਸਾਨੂੰ ਸਮਝਾਉਂਦੇ ਹੈ ਕਿ ਜਿਨ੍ਹਾਂ ਨੇ ਨਿਮਰਤਾ ਧਾਰਨ ਕਰ ਲਈ, ਹੰਕਾਰ ਦੂਰ ਕਰ ਲਿਆ, ਉਹਨਾਂ ਦੇ ਮਨ ਸ਼ਾਂਤ ਹੋਏ ਨੇ, ਉਹਨਾਂ ਦੇ ਮਨ ਟਿਕੇ ਹਨ। ਸੂਰਜ ਪਾਸ ਬਿਆਸ ਜਾਏ, ਹੋਏ ਭੁਣਹਣਾ ਕੰਨ ਸਮਾਣਾ। ਜਿਹੜਾ ਬਿਆਸ ਰਿਸ਼ੀ ਸੀ, ਇਹ ਸੂਰਜ ਦੇ ਕੋਲ ਜਾ ਕੇ, ਉਹਦੇ ਘਰੇ ਜਾ ਕੇ ਨਾ, ਇਹ ਪੁਰਾਣਕ ਕਥਾ ਹੈ, ਇਸ ਨੂੰ ਦ੍ਰਿਸ਼ਟਾਂਤ ਦੇ ਰੂਪ ਵਿੱਚ ਭਾਈ ਗੁਰਦਾਸ ਜੀ ਨੇ ਵਰਤਿਆ ਹੈ। ਔਰ ਦ੍ਰਿਸ਼ਟਾਂਤ ਨੂੰ ਸਿਧਾਂਤ ਦੇ ਵਿੱਚ ਨਹੀਂ ਲੈਣਾ ਚਾਹੀਦਾ। ਸਿਧਾਂਤ ਜਿਹੜਾ ਉਹ ਇਹ ਗੱਲ ਸਮਝਾਉਂਦੇ ਹੈ ਵੀ ਨਿਮਰਤਾ ਧਾਰ ਕੇ ਹੀ ਮਨ ਨੂੰ ਸ਼ਾਂਤੀ ਆਉਂਦੀ ਹੈ। ਹੰਕਾਰੀਆਂ ਦੇ ਮਨ ਸਦਾ ਹੀ ਸੜਦੇ ਬਲਦੇ ਰਹਿੰਦੇ ਹੈ। ਸਿਧਾਂਤ ਇਹ ਸਮਝਾ ਰਹੇ ਨੇ ਭਾਈ ਗੁਰਦਾਸ ਜੀ। ਸੋ ਦ੍ਰਿਸ਼ਟਾਂਤ ਦਿੰਦੇ ਹੈ, ਕਹਿੰਦੇ ਬਿਆਸ ਸੂਰਜ ਦੇ ਕੋਲ ਜਾ ਕੇ, ਹੋਏ ਭੁਣਹਣਾ ਕੰਨ ਸਮਾਣਾ। ਅਤੇ ਭੁਣਹਣਾ ਇੱਕ ਨਿੱਕਾ ਪਰਾਂ ਵਾਲਾ ਕੀੜਾ ਹੁੰਦਾ ਹੈ, ਅਤੇ ਉੱਥੇ ਜਾ ਕੇ ਇਹ ਨਿੱਕਾ ਕੀੜਾ ਬਣ ਗਿਆ, ਅਤੇ ਨਿੱਕੇ ਕੀੜੇ ਦਾ ਰੂਪ ਧਾਰ ਕੇ ਜੋ ਸੂਰਜ ਦਾ ਉੱਚ ਸ਼ਰਵਾ ਘੋੜਾ ਸੀ, ਉਹਦੇ ਕੰਨ ਵਿੱਚ ਜਾ ਕੇ ਵੜ ਬੈਠਾ। ਭਾਵ ਕਿ ਨਿੱਕਾ ਬਣ ਕੇ, ਅਧੀਨ ਹੋ ਕੇ ਕਿਸੇ ਗੁਣੀ ਤੋਂ ਇਸਨੇ ਵਿੱਦਿਆ ਪ੍ਰਾਪਤ ਕੀਤੀ, ਅਤੇ ਨਿਪੁੰਨ ਹੋ ਕੇ ਵਿੱਦਿਆ ਦੇ ਵਿੱਚ ਫਿਰ ਇਹ ਬਿਆਸ ਆਪਣੇ ਘਰ ਵਿੱਚ ਆਇਆ ਸੀ। ਉੱਥੋਂ ਵਿੱਦਿਆ ਪ੍ਰਾਪਤ ਕਰਕੇ ਪੜ੍ਹ ਵਿੱਦਿਆ ਘਰ ਆਇਆ, ਗੁਰਮੁਖ ਬਾਲਮੀਕ ਮਨ ਭਾਣਾ। ਸੋ ਵਿੱਦਿਆ ਪੜ੍ਹ ਕੇ ਜਿਹੜਾ ਬਾਲਮੀਕ ਹੈ, ਉਹ ਵੀ ਗੁਰੂ ਤੋਂ ਵਿੱਦਿਆ ਪੜ੍ਹ ਕੇ ਨਿਮਰਤਾ ਧਾਰ ਕੇ ਘਰ ਦੇ ਵਿੱਚ ਆਇਆ। ਜੋ ਮਨ ਭਾਉਣਾ, ਜੋ ਸਾਰਿਆਂ ਦੇ ਮਨ ਨੂੰ ਭਾਣਾ ਭਾਉਂਦਾ ਹੈ, ਚੰਗਾ ਲੱਗਦਾ ਹੈ। ਸੋ ਬਾਲਮੀਕ ਨੇ ਵੀ ਗੁਰੂ ਤੋਂ ਨਿਮਰਤਾ ਧਾਰ ਕੇ ਵਿੱਦਿਆ ਪ੍ਰਾਪਤ ਕੀਤੀ। ਆਦ ਬਿਆਸ ਵਖਾਣੀ ਹੈ, ਕਥ ਕਥ ਸ਼ਾਸਤਰ ਵੇਦ ਪੁਰਾਣਾ। ਸੋ ਵਿੱਦਿਆ ਬਹੁਤ ਪੜ੍ਹੀ ਸੀ, ਇਸ ਲਈ ਬਿਆਸ ਨੂੰ ਆਦ ਬਿਆਸ ਕਿਹਾ ਜਾਂਦਾ ਹੈ। ਉਹਦੇ ਨਾਂ ਦੇ ਨਾਲ ਆਦ ਸ਼ਬਦ ਲੱਗ ਗਿਆ। ਬਾਹਲੀ ਵਿੱਦਿਆ ਪੜ੍ਹੀ ਹੈ, ਸੋ ਆਦ ਬਿਆਸ ਉਸ ਨੂੰ ਕਿਹਾ ਜਾਂਦਾ ਹੈ। ਕਥ ਕਥ ਸ਼ਾਸਤਰ ਵੇਦ ਪੁਰਾਣਾ। ਸ਼ਾਸਤਰਾਂ ਅਤੇ ਵੇਦਾਂ ਪੁਰਾਣਾਂ ਨੂੰ ਬਹੁਤ ਕਥਨ ਕੀਤਾ, ਬਹੁਤ ਵੇਦਾਂ ਪੁਰਾਣਾਂ ਦਾ ਵਰਣਨ ਕੀਤਾ, ਪਰ ਬਿਆਸ ਦੇ ਮਨ ਵਿੱਚ ਸ਼ਾਂਤੀ ਨਾ ਆਈ। ਬਥੇਰੇ ਵੇਦ ਪੁਰਾਣ ਪੜ੍ਹੇ, ਪਰ ਮਨ ਨਾ ਟਿਕਿਆ, ਮਨ ਸ਼ਾਂਤ ਨਾ ਹੋਇਆ। ਨਾਰਦ ਮੁਨੀ ਉਪਦੇਸਿਆ, ਭਗਤ ਭਾਗਵਤ ਪੜ੍ਹ ਪਤੀਆਣਾ। ਜਦੋਂ ਵੇਦਾਂ ਸ਼ਾਸਤਰਾਂ ਨੂੰ ਪੜ੍ਹ ਕੇ ਮਨ ਸ਼ਾਂਤ ਨਾ ਹੋਇਆ, ਅਤੇ ਫਿਰ ਇਹ ਨਾਰਦ ਮੁਨੀ ਕੋਲ ਗਿਆ ਵੀ ਮੇਰਾ ਮਨ ਸ਼ਾਂਤ ਨਹੀਂ ਹੁੰਦਾ। ਨਾਰਦ ਮੁਨੀ ਨੇ ਇਹਨੂੰ ਉਪਦੇਸ਼ ਦਿੱਤਾ, ਸਿੱਖਿਆ ਦਿੱਤੀ, ਭਗਤ ਭਾਗਵਤ ਪੜ੍ਹ ਪਤੀਆਣਾ, ਵੀ ਤੂੰ ਭਾਗਵਤ ਦੀ ਭਗਤੀ ਪੜ੍ਹ। ਭਾਵ ਇਹ ਹੈ ਵੀ ਭਗਤੀ ਕਰ। ਅਤੇ ਫਿਰ ਬਿਆਸ ਨੇ ਭਗਤੀ ਕੀਤੀ,
ਨਾਮ ਜਪਿਆ, ਫਿਰ ਇਹਦਾ ਮਨ ਭਤੀਜਿਆ ਅਤੇ ਇਹਨੂੰ ਸ਼ਾਂਤੀ ਆਈ। ਬਹੁਤੀ ਵਿੱਦਿਆ ਪੜ੍ਹ ਕੇ ਵੀ ਜੇ ਬੰਦਾ ਕਵੇ ਵੀ ਮਨ ਸ਼ਾਂਤ ਹੋ ਜਾਵੇ, ਨਹੀਂ। ਰੱਬ ਦੀ ਬੰਦਗੀ ਕਰਕੇ, ਰੱਬੀ ਗੁਣ ਧਾਰ ਕੇ ਹੀ ਮਨ ਵਿੱਚ ਸ਼ਾਂਤੀ ਆਉਂਦੀ ਹੈ। ਅਤੇ ਜਿਹੜੇ ਵਿੱਦਿਆ ਪੜ੍ਹ ਕੇ ਵੀ ਹੰਕਾਰ ਕਰਦੇ ਹੈ, ਲੋਭ ਕਰਦੇ ਹੈ, ਮਹਾਰਾਜ ਤਾਂ ਕਹਿੰਦੇ ਹੈ, ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ। ਜਿਹਦੇ ਅੰਦਰ ਲੋਭ ਹੈ, ਹੰਕਾਰ ਹੈ, ਉਹ ਪੜ੍ਹਿਆ ਹੋਇਆ ਵੀ ਮੂਰਖ ਹੈ, ਕਿਉਂਕਿ ਵਿੱਦਿਆ ਪੜ੍ਹ ਕੇ ਗੁਣ ਧਾਰਨੇ ਹੈ। ਅਤੇ ਜੇ ਵਿੱਦਿਆ ਪੜ੍ਹ ਕੇ ਬੰਦਾ ਹੰਕਾਰੀ ਬਣ ਗਿਆ ਵੀ ਮੇਰੇ ਵਰਗਾ ਕੋਈ ਵਿਦਵਾਨ ਨਹੀਂ, ਜਿਹੜੀਆਂ ਡਿਗਰੀਆਂ ਮੇਰੇ ਕੋਲ ਹੈ ਕਿਸੇ ਕੋਲ ਨਹੀਂ, ਮੈਂ ਤਾਂ ਬਹੁਤੀ ਵਿੱਦਿਆ ਪੜ੍ਹੀਆਂ, ਹੰਕਾਰੀ ਬਣ ਗਿਆ, ਫਿਰ ਕੀ ਫਾਇਦਾ ਵਿੱਦਿਆ ਦਾ। ਸੋ ਵਿੱਦਿਆ ਤਾਂ ਹੀ ਸਫਲੀ ਹੈ ਜੇ ਬੰਦਾ ਪਰਉਪਕਾਰੀ ਹੋਵੇ। ਵਿੱਦਿਆ ਵਿਚਾਰੀ ਤਾਂ ਪਰਉਪਕਾਰੀ। ਵਿੱਦਿਆ ਪੜ੍ਹ ਕੇ ਪਰਉਪਕਾਰ ਕਰੇ, ਭਲਾ ਕਰੇ, ਬੋਲਣ ਦੀ ਤਹਿਜ਼ੀਬ ਹੋਵੇ ਉਸ ਨੂੰ। ਸੋ ਇਸ ਲਈ ਬਿਆਸ ਨੇ ਬਥੇਰਾ ਵੇਦ ਸ਼ਾਸਤਰ ਪੜ੍ਹੇ ਪਰ ਸ਼ਾਂਤੀ ਨਾ ਆਈ। ਜਦੋਂ ਭਗਤੀ ਕੀਤੀ ਫਿਰ ਉਹਦਾ ਮਨ ਸ਼ਾਂਤ ਹੋਇਆ। 14 ਵਿੱਦਿਆ ਸੋਧ ਕੈ, ਪਰ ਉਪਕਾਰ ਆਚਾਰ ਸੁਖਾਣਾ। ਸੋ 14 ਵਿੱਦਿਆ, 14 ਵਿੱਦਿਆ ਸੋਧ ਕੈ ਨਾ, ਜੋ 14 ਵਿੱਦਿਆ ਨਾ, ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਨੂੰ ਸੋਧ ਕੇ ਵਿਚਾਰ ਕੇ ਇਹ ਪਰਉਪਕਾਰੀ ਬਣਿਆ ਬਿਆਸ। ਅਤੇ ਪਰਉਪਕਾਰ ਦੇ ਆਚਾਰ ਦੇ ਵਿੱਚ, ਕਰਤੱਬਾਂ ਦੇ ਵਿੱਚ ਜਦੋਂ ਰਿਹਾ, ਪਰਉਪਕਾਰ ਕਰਨ ਲੱਗ ਪਿਆ, ਸੇਵਾ ਕਰਨ ਲੱਗ ਪਿਆ, ਅਤੇ ਫਿਰ ਸੁਖਾਣਾ, ਫਿਰ ਇਹ ਸੁਖੀ ਹੋਇਆ। ਵਿੱਦਿਆ ਪੜ੍ਹ ਕੇ ਪਰਉਪਕਾਰ ਕੀਤਿਆਂ ਫਿਰ ਹੀ ਸੁਖੀ ਹੋਈਦਾ ਹੈ। ਬਿਆਸ ਨੂੰ ਵੀ ਹੀ ਤਾਂ ਮਨ ਦਾ ਸੁੱਖ ਮਿਲਿਆ ਜਿਹੜੀਆਂ 14 ਵਿੱਦਿਆ ਸਨ ਇਹਦੇ ਕੋਲ, ਉਹਨਾਂ ਨੂੰ ਚੰਗੀ ਤਰ੍ਹਾਂ ਵਿਚਾਰਿਆ, ਪਰਉਪਕਾਰੀ ਬਣਿਆ, ਸੇਵਾ ਕੀਤੀ, ਫਿਰ ਸੁੱਖ ਪ੍ਰਾਪਤ ਹੋਇਆ। ਪਰਉਪਕਾਰੀ ਸਾਧ ਸੰਗ, ਪਤਿਤ ਉਦਾਹਰਣ ਬਿਰਦ ਵਖਾਣਾ। ਭਾਈ ਗੁਰਦਾਸ ਜੀ ਫਰਮਾਉਂਦੇ ਹੈ, ਸਾਧ ਸੰਗਤ ਪਰਉਪਕਾਰੀ ਹੈ ਅਤੇ ਪਤਿਤ ਉਦਾਹਰਣ। ਇਹ ਸਾਧ ਸੰਗਤ ਜਿਹੜੀ ਹੈ ਨਾ, ਇਹ ਪਾਪੀਆਂ ਦਾ ਪਾਰ ਉਤਾਰਾ ਕਰਦੀ ਹੈ। ਬਿਰਦ ਵਖਾਣਾ, ਪਾਪੀਆਂ ਦਾ ਭਲਾ ਕਰਨਾ, ਇਹ ਸਾਧ ਸੰਗਤ ਦਾ ਬਿਰਦ ਕਿਹਾ ਜਾਂਦਾ ਹੈ। ਸਾਧ ਸੰਗਤ ਦੇ ਵਿੱਚ ਬੜੀਆਂ ਬਰਕਤਾਂ ਨੇ, ਬੜੀਆਂ ਬਖਸ਼ਿਸ਼ਾਂ ਨੇ, ਰਹਿਮਤਾਂ ਨੇ। ਸੋ ਇਸ ਲਈ ਸਾਧ ਸੰਗਤ ਹਰੇਕ ਗੁਰੂ ਕੇ ਸਿੱਖ ਗੁਰਮੁਖ ਵਾਸਤੇ ਜ਼ਰੂਰੀ ਹੈ ਕਿ ਉਹ ਸਾਧ ਸੰਗਤ ਕਰੇ। ਗੁਰਮੁਖ ਸੁਖ ਫਲ ਪਤ ਪਰਵਾਣਾ। ਸੋ ਜਿਹੜੇ ਗੁਰਮੁਖ ਨੇ ਉਹ ਵਿੱਦਿਆ ਪੜ੍ਹ ਕੇ ਨਿਮਰਤਾ ਧਾਰਨ ਕਰਦੇ ਹੈ, ਭਗਤੀ ਕਰਦੇ ਹੈ, ਜਿਸ ਕਰਕੇ ਉਹਨਾਂ ਦੇ ਮਨ ਸ਼ਾਂਤ ਹਨ। ਸਾਧ ਸੰਗਤ ਕਰਦੇ ਹੈ, ਗੁਰਮੁਖ ਪਰਉਪਕਾਰੀ ਬਣਦੇ ਹੈ, ਸੁਖ ਫਲ ਨੂੰ ਪ੍ਰਾਪਤ ਕਰਦੇ ਹੈ। ਪਤ ਪਰਵਾਣਾ, ਜਿਸ ਕਰਕੇ ਗੁਰਮੁਖਾਂ ਦੀ ਪਤ ਇੱਜ਼ਤ ਪ੍ਰਵਾਨ ਹੁੰਦੀ ਹੈ। ਲੋਕ ਪਰਲੋਕ ਦੇ ਵਿੱਚ ਉਹਨਾਂ ਦੀ ਇੱਜ਼ਤ ਪ੍ਰਵਾਨ ਹੋਈ ਹੈ। ਪ੍ਰਭੂ ਦੇ ਦਰ 'ਤੇ ਉਹ ਸਦਾ ਹੀ ਸਤਿਕਾਰ ਪਾਉਂਦੇ ਹੈ, ਸਦਾ ਹੀ ਗੁਰੂ ਚਰਨਾਂ ਦੇ ਵਿੱਚ ਗੁਰਮੁਖ ਪਿਆਰੇ ਜਿਹੜੇ ਹੈ ਉਹ ਲੀਨ ਰਹਿੰਦੇ ਹੈ। ਸੋ ਇਹ ਭਾਈ ਗੁਰਦਾਸ ਜੀ ਨੇ ਪਵਿੱਤਰ ਕਲਿਆਣਕਾਰੀ ਉਪਦੇਸ਼ ਦੀ ਦਾਤ ਬਖਸ਼ੀ ਹੈ। ਖਾਲਸਾ ਜੀ ਅੱਜ ਗੁਰੂ ਕੇ ਬਾਗ ਦਾ ਮੋਰਚਾ ਜੋ ਅੱਜ ਦੇ ਦਿਨ ਲੱਗਾ ਸੀ, ਕਿਉਂਕਿ ਜਦੋਂ ਅਸੀਂ 20ਵੀਂ ਸਦੀ ਵੱਲ, ਇਤਿਹਾਸ ਵੱਲ ਨਜ਼ਰ ਮਾਰਦੇ ਹਾਂ ਤਾਂ 20ਵੀਂ ਸਦੀ ਦੇ ਆਰੰਭ ਦੇ ਵਿੱਚ ਬਹੁਤ ਸਾਰੇ ਮੋਰਚੇ ਲੱਗੇ, ਗੁਰਦੁਆਰਾ ਸੁਧਾਰ ਲਹਿਰ ਚੱਲੀ ਔਰ ਗੁਰੂ ਕੇ ਸਿੱਖਾਂ ਨੇ ਬਹੁਤ ਵੱਡੀਆਂ ਸ਼ਹਾਦਤਾਂ ਦਿੱਤੀਆਂ, ਕੁਰਬਾਨੀਆਂ ਦਿੱਤੀਆਂ। ਗੁਰੂ ਘਰ ਦੇ ਜਿਹੜੇ ਪ੍ਰਬੰਧ, ਉਹ ਪ੍ਰਬੰਧਾਂ ਨੂੰ ਸੁਧਾਰਿਆ। ਅੱਜ ਪੂਰਾ 100 ਸਾਲ ਹੋ ਗਿਆ ਗੁਰੂ ਕੇ ਬਾਗ ਦੇ ਮੋਰਚੇ ਨੂੰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਹੋਰ ਵੀ ਸਿੱਖ ਸੰਸਥਾਵਾਂ ਗੁਰੂ ਕੇ ਬਾਗ ਦੇ ਮੋਰਚੇ ਦੀ ਸ਼ਤਾਬਦੀ ਮਨਾ ਰਹੀ ਹੈ। ਗੁਰੂ ਕਾ ਬਾਗ ਇਹ ਗੁਰਦੁਆਰਾ ਸਾਹਿਬ ਦਾ ਨਾਮ ਹੈ। ਅੰਮ੍ਰਿਤਸਰ ਸਾਹਿਬ ਤੋਂ 20-21 ਕਿਲੋਮੀਟਰ ਦੂਰ ਪਿੰਡ ਹੈ ਘੁੱਕੇ ਵਾਲੀ।
ਇਸ ਪਿੰਡ ਦੇ ਵਿੱਚ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਚਰਨ ਪਾਏ। ਤੇ ਇੱਥੇ ਹੀ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸਕੇਤ ਮੰਡੀ ਦਾ ਰਾਜਾ ਆ ਕੇ ਮਿਲਿਆ ਸੀ। ਤੇ ਜਦੋਂ ਮਹਾਰਾਜ ਦੇ ਕੋਲ ਆਇਆ, ਅੱਗੇ ਬਾਣੀ ਦਾ ਪਾਠ ਹੋ ਰਿਹਾ ਸੀ ਤੇ ਗੁਰਬਾਣੀ ਦੀ ਇਹ ਪੰਕਤੀ ਚੱਲ ਰਹੀ ਸੀ, ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ। ਤਾਂ ਰਾਜੇ ਨੇ ਸ਼ੰਕਾ ਕੀਤੀ ਸੀ, ਸਤਿਗੁਰੂ ਨੇ ਉਹਦੇ ਸ਼ੰਕੇ ਦੀ ਨਿਵਰਤੀ ਕੀਤੀ ਸੀ। ਕਥਾ ਬੜੀ ਲੰਬੇਰੀ ਹੈ। ਮਹਾਰਾਜ ਨੇ ਸੁਪਨੇ ਵਿੱਚ ਹੀ ਉਹਨੂੰ ਚੰਡਾਲ ਦੇ ਘਰ ਦਾ ਜਨਮ ਵਿਖਾ ਕਰਕੇ ਤੇ ਜਦੋਂ ਜਾਗਿਆ ਫਿਰ ਪ੍ਰਤੱਖ ਉਹ ਪਰਿਵਾਰ ਵਿਖਾ ਕੇ ਤਾਂ ਉਹਦਾ ਸ਼ੰਕਾ ਨਿਵਰਤ ਕੀਤਾ ਸੀ ਕਿ ਗੁਰੂ ਰਹਿਮਤ ਕਰਕੇ ਜੋ ਲਿਖਿਆ ਨਾ ਲੇਖਾਂ ਦੇ ਵਿੱਚ, ਜੇ ਕੋਈ ਭੈੜਾ ਐਸਾ ਲੇਖ ਹੈ ਤੇ ਸੁਪਨੇ ਦੇ ਵਿੱਚ ਹੀ ਗੁਰੂ ਉਸ ਲੇਖ ਨੂੰ ਕਟਾ ਦਿੰਦਾ ਹੈ। ਉਹ ਘਟਨਾ ਪ੍ਰਤੱਖ ਨਹੀਂ, ਫਿਰ ਸੁਪਨੇ ਵਿੱਚ ਵਾਪਰ ਕੇ ਤੇ ਗੁਰੂ ਸਾਹਿਬ ਉਹਦੇ 'ਤੇ ਬਖਸ਼ਿਸ਼ ਕਰ ਦਿੰਦੇ ਹੈ। ਗੁਰੂ ਅਰਜਨ ਦੇਵ ਜੀ ਨੇ ਇੱਥੇ ਚਰਨ ਪਾਏ ਸਨ 1640 ਬਿਕਰਮੀ ਦੇ ਵਿੱਚ। ਉਸ ਤੋਂ ਬਾਅਦ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ 1721 ਬਿਕਰਮੀ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਚਰਨ ਪਾਏ। ਮਹਾਰਾਜ ਸੱਚੇ ਪਾਤਸ਼ਾਹ ਨੇ ਸੰਗਤਾਂ ਨੂੰ ਉਪਦੇਸ਼ ਦਿੱਤਾ। ਇੱਥੇ ਇੱਕ ਖੂਹ ਲਵਾਇਆ ਸਤਿਗੁਰੂ ਤੇਗ ਬਹਾਦਰ ਜੀ ਨੇ ਔਰ ਸੰਗਤਾਂ ਨੂੰ ਹੁਕਮ ਕੀਤਾ ਬਾਗ ਲਾਉਣ ਵਾਸਤੇ। ਸੋਹਣਾ ਬਾਗ ਲਾਇਆ ਗਿਆ, ਜਿੱਥੋਂ ਇਸ ਅਸਥਾਨ ਦਾ ਨਾਮ ਗੁਰੂ ਕਾ ਬਾਗ ਪਿਆ। ਸੋ ਜਿੱਥੇ ਜਿੱਥੇ ਗੁਰੂ ਸਾਹਿਬ ਨੇ ਮੁਬਾਰਕ ਚਰਨ ਪਾਏ, ਇਹ ਅਸਥਾਨ ਕਾਇਮ ਹੋਏ। 20ਵੀਂ ਸਦੀ ਦੇ ਸ਼ੁਰੂ ਦੇ ਵਿੱਚ ਇਸ ਅਸਥਾਨ ਦਾ ਪ੍ਰਬੰਧ ਉਦਾਸੀ ਮਹੰਤਾਂ ਦੇ ਕੋਲ ਸੀ। ਭਾਵੇਂ ਕਿ ਉਦਾਸੀਆਂ ਦੀ ਬੜੀ ਦੇਣ ਰਹੀ ਹੈ, ਪਰ ਸਮੇਂ ਦੇ ਨਾਲ ਕੁਝ ਉਦਾਸੀ ਮਹੰਤ ਉਹ ਆਪਣੇ ਆਚਰਣ ਤੋਂ ਡਿੱਗ ਗਏ ਸਨ, ਗੁਰੂ ਘਰ ਦੇ ਵਿੱਚ ਮਨਮਾਨੀਆਂ ਕਰਨ ਲੱਗ ਪਏ। ਤਾਂ ਉਸ ਵੇਲੇ 1920 ਦੇ ਵਿੱਚ ਇਸ ਅਸਥਾਨ ਦਾ ਪ੍ਰਬੰਧ ਮਹੰਤ ਸੁੰਦਰਦਾਸ ਦੇ ਕੋਲ ਸੀ। ਗੁਰੂ ਘਰ ਦੇ ਨਾਮ ਬਹੁਤ ਸਾਰੀ ਜ਼ਮੀਨ ਸੀ, ਗੁਰੂ ਕਾ ਬਾਗ ਹੈ। ਤਾਂ ਜਦੋਂ ਇਹ ਮਨਿਆਈਆਂ ਕਰਨ ਲੱਗ ਗਿਆ, ਮਰਿਆਦਾ ਤੋਂ ਉਲਟ ਚੱਲਣ ਲੱਗ ਪਿਆ, ਤਾਂ ਗੁਰੂ ਕੇ ਸਿੱਖਾਂ ਨੇ ਇੱਕ ਇਕੱਠ ਕੀਤਾ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਤੇ ਮਹੰਤ ਨੂੰ ਪ੍ਰਬੰਧ ਸੁਧਾਰਨ ਵਾਸਤੇ ਕਿਹਾ। ਮਹੰਤ ਸੁੰਦਰਦਾਸ ਉਦੋਂ ਤਾਂ ਮੰਨ ਗਿਆ, ਕਹਿੰਦਾ ਠੀਕ ਹੈ, ਇਹਨੇ ਸ਼ਰਤਾਂ ਪ੍ਰਵਾਨ ਕਰ ਲਈਆਂ ਵੀ ਮੈਂ ਪ੍ਰਬੰਧ ਸੁਧਾਰ ਦਿਆਂਗਾ। ਪਰ ਥੋੜ੍ਹੇ ਸਮੇਂ ਬਾਅਦ ਫਿਰ ਪ੍ਰਬੰਧ ਦੇ ਵਿੱਚ ਢਿਲਾਈਆਂ ਕਰ ਦਿੱਤੀਆਂ। ਫਿਰ 11 ਮੈਂਬਰੀ ਕਮੇਟੀ ਬਣੀ, ਮਹੰਤ ਦੇ ਨਾਲ ਗੱਲਬਾਤ ਕੀਤੀ ਸੁੰਦਰਦਾਸ ਦੇ ਨਾਲ। ਇਹਨੇ ਫਿਰ ਭਰੋਸਾ ਦਿਵਾਇਆ, ਕਹਿੰਦਾ ਵੀ ਮੈਂ ਠੀਕ ਹੈ ਪ੍ਰਬੰਧ ਨੂੰ ਚੰਗੀ ਤਰ੍ਹਾਂ ਚਲਾਵਾਂਗਾ। ਪਰ ਕੁਝ ਸਮੇਂ ਬਾਅਦ ਫਿਰ ਉਹੀ ਪਹਿਲੇ ਵਾਲੀਆਂ ਗੱਲਾਂ, ਮੀਟ ਸ਼ਰਾਬ ਦੇ ਦੌਰ ਗੁਰੂ ਘਰ ਦੇ ਵਿੱਚ ਚਲਾਉਣ ਲੱਗ ਪਿਆ। ਤਾਂ ਗੁਰੂ ਕੇ ਸਿੱਖਾਂ ਨੇ ਸਾਰਿਆਂ ਨੇ ਸਲਾਹ ਕਰਕੇ ਕਿ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਇਹਦੇ ਤੋਂ ਲੈਣਾ ਚਾਹੀਦਾ ਹੈ। ਸੋ ਗੁਰੂ ਕੇ ਸਿੱਖ ਉੱਥੇ ਜਾ ਕੇ ਦੀਵਾਨ ਸਜਾਉਂਦੇ, ਕੀਰਤਨ ਕਰਦੇ, ਗੁਰਮਤਿ ਦੀਆਂ ਵਿਚਾਰਾਂ ਹੁੰਦੀਆਂ, ਲੰਗਰ ਚੱਲਦੇ। ਸੋ ਲੰਗਰ ਦੇ ਵਾਸਤੇ ਜੋ ਲੱਕੜਾਂ ਉਹ ਗੁਰੂ ਕੇ ਬਾਗ ਦੇ ਵਿੱਚੋਂ ਆਉਂਦੀਆਂ। ਬਾਗ ਦੇ ਵਿੱਚ ਜਿਹੜੇ ਰੁੱਖ ਜਿਵੇਂ ਕਿੱਕਰਾਂ ਇਤਿਆਦਿਕ ਉੱਗੀਆਂ ਹੋਈਆਂ ਉਹ ਸੁੱਕ ਜਾਂਦੀਆਂ, ਸਿੱਖ ਉਹਨਾਂ ਨੂੰ ਵੱਢ ਕੇ ਲਿਆਉਂਦੇ ਲੰਗਰ ਦੇ ਬਾਲਣ ਵਾਸਤੇ। 8 ਅਗਸਤ 1922 ਨੂੰ ਮਹੰਤ ਸੁੰਦਰਦਾਸ ਨੇ ਕੀ ਕੀਤਾ, ਕਿਉਂਕਿ ਅੰਗਰੇਜ਼ ਜਿਹੜੇ ਸੀ ਉਹ ਵੀ ਮਹੰਤਾਂ ਦੀ ਪਿੱਠ ਥਾਪੜਦੇ ਸੀ। 8 ਅਗਸਤ ਨੂੰ ਗੁਰੂ ਕੇ ਸਿੰਘ ਜਿਹੜੇ 5 ਸਿੰਘ ਉਹ ਬਾਗ ਦੇ ਵਿੱਚ ਲੱਕੜਾਂ ਵੱਢਣ ਵਾਸਤੇ ਗਏ। ਮਹੰਤ ਨੇ ਸ਼ਿਕਾਇਤ ਕਰਕੇ ਉਹਨਾਂ ਨੂੰ ਪੁਲਿਸ ਕੋਲ ਗ੍ਰਿਫਤਾਰ ਕਰਵਾ ਦਿੱਤਾ। ਅਗਲੇ ਹੀ ਦਿਨ ਉਹਨਾਂ ਨੂੰ 50-50 ਰੁਪਏ ਜੁਰਮਾਨਾ ਪਾ ਕੇ 6 ਮਹੀਨੇ ਦੀ ਕੈਦ ਸੁਣਾ ਦਿੱਤੀ ਗਈ। ਤਾਂ ਸਿੱਖ ਸੰਗਤਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ, ਕਿਉਂਕਿ ਮਹੰਤ ਗੁਰਦੁਆਰਾ ਸਾਹਿਬ ਨੂੰ, ਗੁਰਦੁਆਰਾ ਸਾਹਿਬ ਦੀ ਜਿਹੜੀ ਜ਼ਮੀਨ ਸੀ, ਬਾਗ, ਉਹਨੂੰ ਆਪਣੀ ਜਾਗੀਰ ਸਮਝਦਾ ਸੀ ਅਤੇ ਨਿੱਜੀ ਕੰਮਾਂ ਵਾਸਤੇ ਵਰਤਦਾ ਸੀ। ਤਾਂ ਫਿਰ ਗੁਰੂ ਕੇ ਸਿੱਖਾਂ ਨੇ ਮੋਰਚਾ ਲਾ ਦਿੱਤਾ। ਰੋਜ਼ 5 ਸਿੰਘ ਜਾਂਦੇ, ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ।
ਇਸ ਤਰ੍ਹਾਂ 5-5 ਸਿੰਘ ਜਾਂਦੇ ਰਹੇ। ਫਿਰ ਸਿੰਘਾਂ ਦਾ ਵੱਡਾ ਜਥਾ ਜਾਣ ਲੱਗ ਪਿਆ। ਵੱਡੀ ਗਿਣਤੀ ਵਿੱਚ ਪੁਲਿਸ ਅੱਗੇ ਹਾਜ਼ਰ ਹੁੰਦੀ ਅਤੇ ਉਹਨਾਂ 'ਤੇ ਵੱਡਾ ਤਸ਼ੱਦਦ ਕਰਦੀ। ਇਹ ਲੰਮਾ ਸਮਾਂ ਤਕਰੀਬਨ 2.5 ਤੋਂ 3 ਮਹੀਨੇ ਇਹ ਮੋਰਚਾ ਚੱਲਦਾ ਰਿਹਾ। ਉਸ ਤੋਂ ਬਾਅਦ ਜਦੋਂ ਸਿੰਘਾਂ 'ਤੇ ਤਸ਼ੱਦਦ ਹੁੰਦਾ, ਕਈ ਬੇਹੋਸ਼ ਹੋ ਜਾਂਦੇ, ਕਈ ਫੱਟੜ ਹੁੰਦੇ, ਕਈ ਸ਼ਹੀਦ ਹੋਏ। ਇਹਨਾਂ ਸਾਰੇ ਜਿਹੜੇ ਗ੍ਰਿਫਤਾਰ ਕੀਤੇ ਹੁੰਦੇ ਸਿੰਘ, ਇਹਨਾਂ ਨੂੰ ਅਟਕ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ। ਸਾਕਾ ਜੋ ਪੰਜਾ ਸਾਹਿਬ ਵਾਪਰਿਆ, ਉਹ ਵੀ ਜਦੋਂ ਇਹਨਾਂ ਸਿੰਘਾਂ ਨੂੰ ਰੇਲ ਗੱਡੀ ਦੇ ਵਿੱਚ ਬਿਠਾ ਕੇ ਅਤੇ ਅਟਕ ਜੇਲ੍ਹ ਲਿਜਾਇਆ ਜਾ ਰਿਹਾ ਸੀ, ਤਾਂ ਹਸਨ ਅਬਦਾਲ ਉੱਥੋਂ ਜਦੋਂ ਟ੍ਰੇਨ ਨੇ ਗੁਜ਼ਰਨਾ ਸੀ, ਆਪ ਜਾਣਦੇ ਹੋ ਵੀ ਸਿੱਖ ਸੰਗਤਾਂ ਨੇ ਲੰਗਰ ਤਿਆਰ ਕੀਤਾ ਵੀ ਸਿੰਘਾਂ ਨੂੰ ਪ੍ਰਸ਼ਾਦਾ ਛਕਾਵਾਂਗੇ, ਪਰ ਉਦਣ ਸਟੇਸ਼ਨ ਮਾਸਟਰ ਜਿਹੜਾ ਸੀ ਉਹਨੇ ਅਰੁੱਕ ਹੀ ਗੱਡੀ ਨੂੰ ਲੰਘ ਜਾਣ ਦਾ ਸਿਗਨਲ ਦੇ ਦਿੱਤਾ, ਜਿਸ ਕਰਕੇ 2 ਸਿੰਘ ਸ਼ਹੀਦ ਹੋਏ, ਪੰਜਾ ਸਾਹਿਬ ਦਾ ਸਾਕਾ ਵਾਪਰਿਆ। 5605 ਅਕਾਲੀਆਂ ਨੂੰ ਗ੍ਰਿਫਤਾਰ ਕੀਤਾ ਗਿਆ। 1600 ਤੋਂ ਵਧੇਰੇ ਜਿਹੜੇ ਉਹ ਜ਼ਖਮੀ ਹੋਏ। 3 ਮਹੀਨੇ ਇਹ ਮੋਰਚਾ ਚੱਲਦਾ ਰਿਹਾ। ਅਖੀਰ ਸਰਕਾਰ ਨੂੰ ਝੁਕਣਾ ਪਿਆ ਅਤੇ ਗੁਰਦੁਆਰਾ ਗੁਰੂ ਕਾ ਬਾਗ, ਉਹਦਾ ਜਿਹੜਾ ਸਮੁੱਚਾ ਪ੍ਰਬੰਧ ਹੈ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤਾ ਗਿਆ। ਸੋ ਇਹ 8 ਅਗਸਤ 1922 ਨੂੰ ਮੋਰਚਾ ਸ਼ੁਰੂ ਹੋਇਆ ਸੀ। ਅੱਜ 8 ਅਗਸਤ 2022 ਹੈ, ਪੂਰਾ 100 ਸਾਲ ਹੋ ਗਿਆ ਹੈ। ਗੁਰੂ ਕੇ ਸਿੰਘਾਂ ਨੇ ਗੁਰੂ ਘਰਾਂ ਦੇ ਪ੍ਰਬੰਧ ਸੁਧਾਰਨ ਵਾਸਤੇ ਬਹੁਤ ਵੱਡੀਆਂ ਸ਼ਹਾਦਤਾਂ ਦਿੱਤੀਆਂ, ਬੜੇ ਤਸ਼ੱਦਦ ਚੱਲੇ ਨੇ। ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਇੱਕ ਉਹ ਵੀਡੀਓ ਕਲਿੱਪ ਵੀ ਪ੍ਰਾਪਤ ਹੋਇਆ ਹੈ ਗੁਰੂ ਕੇ ਬਾਗ ਦੇ ਮੋਰਚੇ ਵਾਲਾ, ਜਦੋਂ ਅਕਾਲੀ ਸਿੰਘ ਜਾਂਦੇ ਹੈ, ਕਿਸ ਤਰ੍ਹਾਂ ਪੁਲਿਸ ਉਹਨਾਂ ਦੇ ਉੱਤੇ ਤਸ਼ੱਦਦ ਕਰਦੀ ਹੈ। ਸ਼ਾਂਤਮਈ ਰਹਿੰਦੇ ਹੈ, ਕਿਉਂਕਿ ਉਹ ਵੀਡੀਓ ਉਦੋਂ ਅੰਗਰੇਜ਼ਾਂ ਨੇ ਬਣਾਈਆਂ ਸਨ, ਸਾਂਭ ਕੇ ਰੱਖੀਆਂ, ਸਮਾਂ ਲੰਘਿਆ, ਹੁਣ ਉਹਨਾਂ ਨੇ ਉਹਨਾਂ ਨੂੰ ਜਨਤਕ ਕੀਤਾ ਹੈ। ਸੋ ਇਸ ਲਈ ਉਹਨਾਂ ਸਮੂਹ ਹੀ ਸ਼ਹਾਦਤ ਪ੍ਰਾਪਤ ਕਰਨ ਵਾਲੇ ਸਿੰਘਾਂ ਨੂੰ, ਜਿਨ੍ਹਾਂ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ, ਤਸ਼ੱਦਦ ਚੱਲੇ, ਸਾਰਿਆਂ ਨੂੰ ਹੀ ਕੋਟਾਨ ਕੋਟ ਵਾਰ ਪ੍ਰਣਾਮ ਹੈ। ਸਾਨੂੰ ਸਿੱਖਿਆ ਦਿੰਦੇ ਨੇ ਇਹ ਮੋਰਚੇ ਵੀ ਅਸੀਂ ਗੁਰੂ ਘਰਾਂ ਦੇ ਪ੍ਰਬੰਧ ਸੁਚੱਜੇ ਢੰਗ ਦੇ ਨਾਲ ਕਰੀਏ, ਗੁਰੂ ਦੀ ਮਰਿਆਦਾ ਬਹਾਲ ਰਹੇ, ਸ਼ਬਦ ਦੇ ਨਾਲ, ਗੁਰੂ ਕੀ ਬਾਣੀ ਦੇ ਨਾਲ ਜੁੜੀਏ। ਸਤਿਗੁਰੂ ਰਹਿਮਤ ਕਰਨ। ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਭੁੱਲਾਂ ਦੀ ਖਿਮਾ ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਪਰ ਉਪਕਾਰੀ ਸਾਧ ਸੰਗ, ਪਥਤ ਉਦਾਹਰਣ ਬਿਰਦ ਵਖਾਣਾ, ਗੁਰਮੁਖ ਸੁਖ ਫਲ ਪਤ ਪਰਵਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।